ਕਵਿਤਾ ਕਮਰਸ਼ੀਅਲ ਵੀ ਹੋ ਸਕਦੀ ਹੈ ਕਵਿਤਾ ਵਿਕ ਵੀ ਸਕਦੀ ਆ ਤਾਂ ਲੱਗਦਾ ਵੀ ਪੰਜਾਬ ਅਜੇ ਸੁੱਤਾ ਨਹੀਂ। ਪੰਜਾਬ ਦੇ ਵਿੱਚ ਹਜੇ ਬਹੁਤ ਕੁਛ ਆ, ਬੜੇ ਕਾਣ ਆ, ਸਾਡੇ ਤਿਲਾਂ 'ਚ ਤੇਲ ਹਜੇ ਬਹੁਤ ਆ। ਕੋਈ ਜ਼ਿਮੀਂਦਾਰ ਗਲ 'ਚ ਫਾ ਲੈਂਦਾ ਖੇਤ ਸਾਫਾ ਪਾ ਕੇ ਜ਼ਿੰਦਗੀ ਨੂੰ ਆਪਦੇ ਨੂੰ ਵੀ ਮੈਂ ਨਹੀਂ ਜਿਉਣਾਗਾ, ਉਦੋਂ ਕੋਈ ਆਗੂ ਤੇ ਕੋਈ ਜਥੇਬੰਦੀ ਉਹਨੂੰ ਹਾਕ ਨਹੀਂ ਮਾਰਦੀਗੀ। ਪੰਜਾਬ ਅਣਖੀ ਲੋਕਾਂ ਦੀ ਧਰਤੀ, ਸਾਨੂੰ ਲੀਡ ਕਰੋ, ਅਸੀਂ ਤੁਹਾਡੇ ਨਾਲ ਆ। ਅਸੀਂ ਮੁਨਕਰ ਨਹੀਂ ਹੁੰਦੇ ਇਸ ਚੀਜ਼ ਤੋਂ ਵੀ ਤੁਸੀਂ ਸਾਡਾ ਲੀਡ ਨਹੀਂ ਕਰਦੇ ਪਏ, ਪਰ ਤੁਸੀਂ ਇਹ ਨਹੀਂ ਵੀ ਇੱਕ ਪਾਸੇ ਤੁਸੀਂ ਭੰਡੇ ਚੱਲੋ। ਆਪਦੇ ਸਲੋਗਨ ਨੂੰ, ਆਪਦੇ ਨਿਸ਼ਾਨਾਂ ਨੂੰ, ਆਪਦੇ ਝੰਡਿਆਂ ਨੂੰ ਤੁਸੀਂ ਮੁੱਖ ਰੱਖੋ। ਆਪਦੇ ਇੱਕ ਨੇਮ ਪਲੇਟ ਨੂੰ ਤੁਸੀਂ ਉਹਦੀ ਜਿਹੜੀ ਬ੍ਰਾਂਡਿਜ਼ਮ, ਉਹਦੀ ਬ੍ਰਾਂਡਿੰਗ ਕਰੋ ਉਹਦੀ। ਚਰਚਾ ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ। ਦੋਸਤੋ, ਅੱਜ ਸਾਹਿਤ ਦੇ ਰੂਬਰੂ ਪ੍ਰੋਗਰਾਮ ਤਹਿਤ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਕਵਿਤਾ ਦੇ ਸੂਹੇ ਫੁੱਲ ਜਗਜੀਤ ਦੇ ਨਾਲ। ਸਾਹਿਤ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ ਤੇ ਸਮਾਜ ਵਿੱਚ ਜੋ ਕੁਝ ਵਾਪਰਦਾ ਉਹ ਸਾਹਿਤ ਦੁਆਰਾ ਲਿਖਿਆ ਜਾਂਦਾ ਹੈ। ਬੇਸ਼ੱਕ ਸਾਹਿਤ ਜਿਹੜਾ ਸੱਚ ਨਹੀਂ ਹੁੰਦਾ, ਪਰ ਸਾਹਿਤ ਜਿਹੜਾ ਹੈ ਉਹ ਸੱਚ ਦੇ ਨਜ਼ਦੀਕ ਜ਼ਰੂਰ ਹੁੰਦਾ ਹੈ। ਸਾਹਿਤ ਵੱਖ-ਵੱਖ ਵਿਧਾਵਾਂ 'ਚ ਲਿਖਿਆ ਜਾਂਦਾ ਹੈ, ਚਾਹੇ ਉਹ ਕਵਿਤਾ ਹੈ, ਚਾਹੇ ਗਜ਼ਲ ਹੈ, ਚਾਹੇ ਗੀਤ ਹੈ, ਚਾਹੇ ਨਾਵਲ ਹੈ, ਚਾਹੇ ਕਹਾਣੀ ਹੈ, ਚਾਹੇ ਰੁਬਾਈ ਹੈ। ਪਰ ਕਵਿਤਾ ਜਿਹੜੀ ਹੈ ਉਹ ਹਰ ਮਨੁੱਖ ਦੇ ਦਿਲ ਦੇ ਨੇੜੇ ਹੁੰਦੀ ਹੈ, ਕਿਉਂਕਿ ਕਵਿਤਾ 'ਚ ਦਰਿਆਵਾਂ ਵਰਗੀ ਰਵਾਨਗੀ ਹੁੰਦੀ ਹੈ, ਝਰਨਿਆਂ ਦੀ ਕਲਕਲ ਵਰਗਾ ਸੰਗੀਤ ਹੁੰਦਾ, ਰਿਦਮ ਹੁੰਦੀ ਹੈ, ਤਾਲ ਹੁੰਦੀ ਹੈ। ਤਾਂ ਜਿਹੜੀ ਗੱਲ ਅਸੀਂ ਕਵਿਤਾ 'ਚ ਕਹਿ ਸਕਦੇ ਹਾਂ, ਸਾਹਿਤ ਦੀ ਹੋਰ ਵਿਧਾ 'ਚ ਨਹੀਂ ਕਹਿ ਸਕਦੇ। ਚਾਹੇ ਉਹ ਵਿਅੰਗ ਹੈ, ਕਿਉਂਕਿ ਕਵਿਤਾ 'ਚ ਕਈ ਗੱਲ ਨੂੰ ਅਸੀਂ ਬੜੇ ਸੁਚੱਜੇ ਢੰਗ ਨਾਲ ਕਹਿ ਸਕਦੇ ਹਾਂ, ਅਤੇ ਇਸ ਕਵਿਤਾ ਨੂੰ ਇੱਕ ਨਵੇਂ ਅਤੇ ਨਿਵੇਕਲੇ ਰੰਗ ਦੇ ਵਿੱਚ ਜਿਸ ਸਾਡੇ ਹਸਤਾਖਰ ਨੇ ਪੇਸ਼ ਕੀਤਾ ਹੈ, ਮੇਰੀ ਮੁਰਾਦ ਜਗਜੀਤ ਤੋਂ ਹੈ। ਸਵਾਗਤ ਹੈ ਬਾਈ ਜੀ ਤੁਹਾਡਾ ਚਰਚਾ ਪੰਜਾਬ ਚੈਨਲ ਦਾ। ਮੈਨੂੰ ਇੱਥੇ ਬੋਲਣ ਦਾ ਮੌਕਾ ਦੇਣ ਲਈ ਅਤੇ ਤੁਸੀਂ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਜਗਜੀਤ ਬਾਈ, ਮੈਂ ਨਹੀਂ ਕਹਿੰਦਾ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਕਵਿਤਾ ਜਿਹੜੀ ਹੈ ਪਿਆਰ 'ਚ ਮੋਏ ਬੰਦਿਆਂ ਦੇ ਮਿੱਠੇ ਬਚਨ ਨੇ, ਅਤੇ ਤੁਸੀਂ ਕਿਸ ਦੇ ਪਿਆਰ 'ਚ ਮੋਏ? ਤੁਹਾਡੀ ਕਵਿਤਾ ਦਾ ਆਗਾਜ਼ ਕੀ ਹੈ? ਇਹ ਹਕੀਕੀ ਹੈ, ਇਹ ਮਜਾਜੀ ਹੈ, ਕਿੱਥੋਂ ਫੁੱਟਦੀ ਹੈ ਕਵਿਤਾ ਇਹ? ਦੇਖੋ, ਕਵਿਤਾ ਦੇ ਤਾਂ ਤੁਸੀਂ ਆਪ ਪਹਿਲਾਂ ਬੋਲ ਕੇ ਹਟੇ ਵੀ ਕਵਿਤਾ ਦੇ ਕਈ ਰੰਗ ਹੁੰਦੇ ਆ। ਕਵਿਤਾ ਨੂੰ ਆਪਾਂ ਥੋੜ੍ਹੇ ਪੈਰਾਮੀਟਰ 'ਚ ਨਹੀਂ ਸਮੋ ਸਕਦੇ ਵੀ ਕਵਿਤਾ ਸਿਰਫ ਪਾਰਟੀਕੂਲਰ ਇੱਥੋਂ ਹੀ ਪੈਦਾ ਹੁੰਦੀ ਆ। ਦੇਖੋ, ਕਵਿਤਾ ਤਾਂ ਹੁਣ ਮੰਟੋ ਨੇ ਵੀ ਲਿਖੀ ਬੋਲੀ ਆ ਉਹ, ਪਰ ਉਹਦੀ ਕਵਿਤਾ ਹੋਰ ਲੈ ਜੀ, ਗੁਲਜ਼ਾਰ ਸਾਹਿਬ ਦੀ ਕਵਿਤਾ ਕੁਛ ਹੋਰ ਆ, ਹੈ ਨਾ। ਸੋ ਕਵਿਤਾ ਉਹਦਾ ਭਾਵਨਾਵਾਂ ਦੀ ਖੇਡ ਹੁੰਦੀ ਆ। ਜਿਸ ਨੇ ਜਿਹੋ ਜਿਹਾ ਭਾਵ ਨੂੰ ਫੀਲ ਕਰ ਲਿਆ, ਮਹਿਸੂਸ ਕਰ ਲਿਆ, ਉਸ ਦੀ ਕਵਿਤਾ ਉਹੋ ਜਿਹੀ ਹੁੰਦੀ ਆ। ਸੋ ਕਵਿਤਾ ਨੂੰ ਮੈਨੂੰ ਲੱਗਦਾ ਜਿਹੋ ਜਿਹਾ ਇਨਸਾਨ ਵਿਚਰਦਾ ਹਾਲਾਤਾਂ ਦੇ ਵਿੱਚੋਂ, ਉਹ ਉਸੇ ਤਰ੍ਹਾਂ ਦੀ ਹੀ ਕਵਿਤਾ ਨੂੰ ਜਨਮ ਦਿੰਦਾ। ਸੋ ਇਹ ਸੁਭਾਵਿਕ ਗੱਲ, ਹਾਲਾਤ ਬਹੁਤ ਮੈਟਰ ਕਰਦੇ ਆ। ਤੁਸੀਂ ਕਿਹਾ ਵੀ ਹਾਲਾਤ ਜਿਹੜੇ ਆ ਮੈਟਰ ਕਰਦੇ ਆ, ਪ੍ਰਭਾਵੀ ਕਰਦੇ ਆ। ਕਿਹੋ ਜਿਹੇ ਹਾਲਾਤ ਬਣੇ? ਕਿਉਂਕਿ ਤੁਹਾਡਾ ਜਿਹੜਾ ਅਕਾਦਮਿਕ ਹੈ ਉਹ ਵੱਖਰਾ ਹੈ, ਅਤੇ ਕਵਿਤਾ 'ਚ ਤੁਸੀਂ ਇੱਕਦਮ ਹੀ ਸਾਹਮਣੇ ਆਏ। ਉਹ ਕਿਹੜੇ ਹਾਲਾਤ ਬਣ ਗਏ ਕਿ ਤੁਸੀਂ ਕਵਿਤਾ ਵੱਲ ਇੱਕਦਮ ਪ੍ਰਭਾਵਿਤ ਹੋ ਗਏ? ਜਦੋਂ ਮੈਂ ਸ਼ੁਰੂ ਕੀਤਾ ਉਦੋਂ ਐਂ ਹੁੰਦਾ ਸੀ ਕਵਿਤਾ ਨੂੰ ਇੱਕ ਬਹੁਤ ਮਤਲਬ ਇਸ਼ਕ ਮਜਾਜੀ ਜਾਂ ਬਹੁਤ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਕਵਿਤਾ ਇੱਕ ਬਹੁਤ ਸਲੋ ਰਿਦਮ ਜਿਹਾ। ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਕਵਿਤਾ ਕਮਰਸ਼ੀਅਲ ਵੀ ਹੋ ਸਕਦੀ ਆ, ਕਵਿਤਾ ਵਿਕ ਵੀ ਸਕਦੀ ਆ। ਸੋ ਮੈਨੂੰ ਇਹ ਲੱਗਾ ਵੀ ਕੁਛ ਚਲੋ ਜਿਹੜੇ ਸ਼ਬਦ ਸੀਗੇ ਉਹ ਪੜ੍ਹਦੇ ਕਿਤਾਬਾਂ ਪੜ੍ਹਦੇ ਆ, ਸ਼ਬਦ ਬਹੁਤ ਸੀਗੇ। ਸੋ ਲੱਗਦਾ ਹੁੰਦਾ ਸੀ ਵੀ ਹਾਂ ਇਸ ਤਰ੍ਹਾਂ ਦੀ ਕਵਿਤਾ ਬਣ ਸਕਦੀ ਹੈ, ਇਸ ਮੁੱਦੇ 'ਤੇ ਕਵਿਤਾ ਬਣ ਸਕਦੀ ਆ। ਸੋ ਹੌਲੀ ਜਿਵੇਂ ਜਿਵੇਂ ਐਕਸਪੀਰੀਅੰਸ ਆਉਂਦਾ ਗਿਆ, ਨਵੀਆਂ ਗੱਲਾਂ ਉੱਠਦੀਆਂ ਗਈਆਂ, ਨਵੇਂ ਖਿਆਲ ਉੱਠਦੇ ਗਏ, ਤਾਂ ਮੇਰੀ ਜਿਹੜੀ ਕਵਿਤਾ ਉਹ ਸਮੇਂ ਨਾਲ ਚੇਂਜ ਹੁੰਦੀ ਗਈ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਸਿੱਖ ਰਿਹਾ ਮੈਂ, ਅੱਗੇ ਵੀ ਇਹ ਜਾਰੀ ਰਹੂਗਾ। ਸੋ ਕਵਿਤਾ ਦੇ ਨਵੇਂ ਰੰਗ ਆਉਂਦੇ ਰਹਿਣਗੇ। ਜਗਜੀਤ, ਜਿਵੇਂ ਤੁਹਾਡੀ ਕਿਤਾਬ ਜਿਹੜੀ ਹੈ ਸੱਚ ਦੇ ਅਰਕ ਮੇਰੇ ਹੱਥਾਂ 'ਚ ਹੈ, ਅਤੇ ਇਹ ਇੱਕ ਪਰੰਪਰਾ ਤੋਂ ਹਟ ਕੇ ਲਿਖੀ ਗਈ ਤੁਹਾਡੀ ਕਵਿਤਾ ਹੈ, ਅਤੇ ਇਹਦਾ ਖਿਆਲ ਕਿੱਦਾਂ ਆਇਆ? ਸੱਚ ਵੈਸੇ ਵੀ ਇੱਕ ਬੜਾ ਵਧੀਆ ਐਕਸਪੀਰੀਅੰਸ ਹੈ, ਇੱਕ ਟਰੁੱਥ ਹੈ, ਅਤੇ ਤੁਸੀਂ ਆਪਣੀ ਕਿਤਾਬ ਦਾ ਨਾਂ ਸੱਚ ਦੇ ਅਰਕ ਰੱਖਿਆ, ਤਾਂ ਇਹਦੇ ਬਾਰੇ ਜਿਹੜਾ ਵਿਸਥਾਰ 'ਚ ਦੱਸੋ। 2016 ਦੀ ਗੱਲ ਆ। ਵੈਸੇ 15 ਤੋਂ ਸ਼ੁਰੂ ਕੀਤਾ ਸੀ ਮੈਂ। ਮੈਨੂੰ ਇਹ ਸੀਗਾ ਵੀ ਮੈਂ ਕਿਤਾਬ ਕਰਨੀ ਆ। ਸੋ 2015 ਤੋਂ ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰਤੀਆਂ। ਮੈਨੂੰ ਇਹ ਸੀ ਵੀ ਜ਼ਰੂਰੀ ਨਹੀਂ ਕਵਿਤਾ ਹਰ ਕੋਈ ਗਾਉਣ ਵਾਲੀ ਹੋਵੇ, ਅਤੇ ਮੈਨੂੰ ਲੱਗਾ ਵੀ ਕਵਿਤਾ ਨੂੰ ਨਵੇਂ ਤਰੀਕੇ ਨਾਲ ਲਿਖ ਕੇ ਵੇਖਦੇ ਹਾਂ। ਮੈਨੂੰ ਕੋਈ ਐਂ ਨਹੀਂ ਸੀ ਵੀ ਮੈਂ ਕਿਤਾਬ ਲੋਕ ਬਹੁਤ ਆਂਤ ਵਿੱਚ ਪੜ੍ਹਨਗੇ,
ਜਾਂ ਮੇਰੀ ਕਿਤਾਬ ਇੰਨੀ ਪੜ੍ਹੀ ਜਾਊਗੀ, ਮੈਨੂੰ ਲੋਕਾਂ ਦੇ ਜਿਹੜੇ ਮੈਸੇਜ ਆਉਣਗੇ ਜਾਂ ਲੋਕਾਂ ਦੇ ਪਿਆਰ ਭਰੇ ਸੁਨੇਹੇ ਆਉਣਗੇ, ਇਹ ਨਹੀਂ ਸੋਚਿਆ ਸੀ। ਪਰ ਮੈਨੂੰ ਇਹ ਸੀ ਵੀ ਮੈਂ ਕਵਿਤਾ ਨੂੰ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਨੀ ਆ। ਸੋ ਮੈਂ ਜਿੰਨੀਆਂ ਵੀ ਤੁਸੀਂ ਕਵਿਤਾਵਾਂ ਇਹ 'ਚ ਪੜ੍ਹੋਗੇ ਜਾਂ ਹੋਵੋਗੇ, ਮਤਲਬ ਉਹਦੇ ਵਿੱਚ ਨਵਾਂ ਪਾਣੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਸ਼ਾਇਦ ਇਸ ਦਾ ਸਿੱਟਾ ਸੀ ਵੀ ਮੈਨੂੰ ਸਮਾਂ ਵੀ ਲੱਗ ਗਿਆ ਵੀ 2015 ਤੋਂ ਕੀਤੇ ਤੇ 2017 'ਚ ਕਿਤਾਬ ਆਈ ਸੀ। ਸੋ ਕੁਛ ਨਵੀਂ ਖੋਜ ਮੇਰੀ ਹਮੇਸ਼ਾ ਜਾਰੀ ਰਹੀ ਸੀਗੀ। ਤੁਹਾਡੀ ਜ਼ਿਆਦਾਤਰ ਕਵਿਤਾ ਖੁੱਲੀ ਹੈ, ਤੇ ਵੈਸੇ ਤਾਂ ਮੈਂ ਕਿਹਾ ਕਿ ਜਿਹੜੀ ਕਵਿਤਾ ਉਹਦੇ ਵਿੱਚ ਸੰਗੀਤ ਹੁੰਦਾ ਹੈ, ਤੇ ਤੁਹਾਡੀ ਕਵਿਤਾ ਨੂੰ ਵੀ ਲੋਕ ਕਲਾਕਾਰਾਂ ਨੇ ਗਾਇਆ ਹੈ। ਹਾਂਜੀ, ਹਾਂਜੀ। ਇਹਦੀ ਕੀ ਵਜ੍ਹਾ ਹੈ? ਦੇਖੋ ਵੀ ਕਵਿਤਾ ਖੁੱਲ੍ਹੀ ਹੋਵੇ ਜਾਂ ਕਵਿਤਾ ਬੰਦ ਹੋਵੇ, ਇਹ ਮਤਲਬ ਇਹਦਾ ਜ਼ਿਆਦਾ ਪੁਰਾਤਨ ਜਿਹੇ ਖਿਆਲ ਹੋ ਗਏ ਵੀ ਇਹ ਨਾ ਬੰਦਿਸ਼ ਜਿਹੀ ਹੋ ਗਈ। ਪਰ ਮੈਨੂੰ ਲੱਗਦਾ ਵੀ ਕਵਿਤਾ ਨੂੰ ਜੇ ਆਪਾਂ ਗੀਤ ਵੀ ਬਣਾਈਏ ਤਾਂ ਆਰਾਮ ਨਾਲ ਬਣਦੇ ਆ। ਸੋ ਮਤਲਬ ਪ੍ਰੇਮ ਢਿੱਲੋਂ ਨੇ ਉਹ ਵੀ ਕਵਿਤਾ ਹੀ ਸੀ, ਜਿਹੜਾ ਪ੍ਰੇਮ ਢਿੱਲੋਂ ਨੇ ਗਾਣਾ ਗਾਇਆ ਜਾਂ ਬੰਟੀ ਨੰਬਰਦਾਰ ਹੋਰਾਂ ਨੇ ਜਾਂ ਹੋਰ ਵੀ ਅੱਗੇ ਜਿਹੜੇ ਆ ਰਹੇ ਆ, ਮੇਰੇ ਲਈ ਤਾਂ ਕਵਿਤਾਵਾਂ ਹੀ ਹੁੰਦੀਆਂ, ਬਾਅਦ 'ਚ ਗੀਤ ਬਣ ਜਾਂਦੇ ਆ ਉਹ। ਅਤੇ ਜਦੋਂ ਤੁਸੀਂ ਗੀਤ ਸਮਝ ਕੇ ਲਿਖੋਗੇ ਉਦੋਂ ਕਵਿਤਾ ਨਹੀਂ ਬਣੂਗੀ। ਉਦੋਂ ਬਸ ਸੌੜਾ ਜਿਹਾ ਖਿਆਲ ਰਹਿ ਜਾਂਦਾ ਵੀ ਛੋਟਾ ਰਹਿ ਜਾਂਦਾ। ਸੋ ਕਵਿਤਾ ਤਾਂ ਚੱਲਦੀ ਰਹਿੰਦੀ ਆ। ਮਤਲਬ ਤੁਸੀਂ ਜੋ ਵੀ ਨਵਾਂ ਬਣਾਓਗੇ, ਹਰ ਵੀ ਨਵਾਂ ਥੋਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਆਪਦੇ ਆਪ 'ਚ ਕੋਈ ਨਵਾਂ ਹੀ ਪਾਓਗੇ। ਜਗਜੀਤ ਭਾਈ, ਤੁਸੀਂ ਕਵਿਤਾ ਦੇ ਨਾਲ ਨਾਲ ਗੀਤ ਲਿਖਣੇ ਵੀ ਸ਼ੁਰੂ ਕੀਤੇ ਆ, ਜਦੋਂ ਕਿ ਪੰਜਾਬੀ ਦੇ ਪ੍ਰਸਿੱਧ ਆਲੋਚਕ ਸੰਤ ਸਿੰਘ ਸੋਖੋ ਨੇ ਗੀਤ ਨੂੰ ਨਿਮਨ ਸਾਹਿਤ ਕਿਹਾ। ਤੁਹਾਡੇ ਇਹਦੇ ਬਾਰੇ ਕੀ ਖਿਆਲ ਹੈ? ਜੇ ਆਪਾਂ ਮਾਡਰਨ ਜ਼ਮਾਨੇ ਦੀ ਗੱਲ ਕਰੀਏ, ਅੱਜ ਦੇ ਜ਼ਮਾਨੇ ਦੀ ਅੱਜ ਦੇ ਕਵੀਆਂ ਦੀ ਆਪਾਂ ਗੱਲ ਕਰੀਏ, ਤਾਂ ਮੈਨੂੰ ਲੱਗਦਾ ਜਿਹੜਾ ਕਮਰਸ਼ੀਅਲ ਰੰਗ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਕਵਿਤਾ ਕਮਰਸ਼ੀਅਲ ਵੀ ਹੋ ਸਕਦੀ ਆ। ਸੋ ਅੱਜ ਕੱਲ੍ਹ ਜਿਵੇਂ ਪੰਜਾਬੀ ਜਿਹੜਾ ਸਿਨੇਮਾ ਚੱਲ ਰਿਹਾ, ਪੰਜਾਬੀ ਸਿਨੇਮਾ ਜਿਵੇਂ ਗਰੋ ਹੋ ਰਿਹਾ, ਤੁਸੀਂ ਉਹਦਾ ਸੰਗੀਤ ਦੇਖੋ, ਬੜਾ ਉੱਚ ਦਰਜੇ ਦਾ ਸੰਗੀਤ ਹੁੰਦਾ। ਤੁਸੀਂ ਕੋਈ ਵੀ ਗੀਤ ਦੇਖੋਗੇ, 90% ਫਿਲਮਾਂ ਦਾ ਜਿਹੜਾ ਗੀਤ ਸੰਗੀਤ ਆ ਉਹ ਬਹੁਤ ਕਮਾਲ ਹੁੰਦਾ। ਉਹ ਸਾਰਾ ਸਾਹਿਤਕ ਟੱਚ ਹੁੰਦਾ ਵਾ। ਅਤੇ ਗੀਤ ਅਤੇ ਕਵਿਤਾ ਅੱਜ ਕੱਲ੍ਹ ਇੱਕੋ ਜਿਹੇ ਹਾਣ ਦੇ ਹੀ ਆ। ਹਾਂ ਠੀਕ ਆ ਵੀ ਕਵਿਤਾ ਨੂੰ ਤੁਸੀਂ ਇੱਕ ਮਹਿਫਲ ਦਾ ਰੂਪ ਦੇ ਸਕਦੇ ਹੋ, ਬਹਿ ਕੇ ਉਹਨੂੰ ਬੋਲ ਸਕਦੇ ਹੋ, ਉਹਦੇ ਬੋਲਣ ਦੇ ਹਾਵ ਭਾਵ ਅਲੱਗ ਆ। ਗੀਤ ਦੀ ਇੱਕ ਜਿਹੜੀ ਧੁਨ ਹੁੰਦੀ ਆ, ਇੱਕ ਕੰਪੋਜੀਸ਼ਨ ਹੁੰਦੀ ਆ। ਹਾਲਾਂਕਿ ਕਵਿਤਾ ਬਣ ਸਕਦੀ ਹੈ, ਪਰ ਕਵਿਤਾ ਦੀ ਜਿਹੜੀ ਵਿਧਾ ਉਹ ਅਲੱਗ ਆ। ਸੋ ਮੈਨੂੰ ਲੱਗਦਾ ਅੱਜ ਦੇ ਜ਼ਮਾਨੇ ਦੇ ਵਿੱਚ ਦੋਨੇ ਚੀਜ਼ਾਂ ਜਿਵੇਂ ਕਹਿ ਰਹੀ 19 ਇੱਕੀ ਨੇੜੇ ਤੇੜੇ ਹੀ ਆ, ਜੇ ਚੰਗਾ ਸਿਰਜੋਗੇ ਤਾਂ। ਤੁਸੀਂ ਫਿਲਮ ਇੰਡਸਟਰੀ ਦੀ ਗੱਲ ਕੀਤੀ ਹੈ, ਸੁਣਨ 'ਚ ਆਇਆ ਕਿ ਤੁਹਾਡਾ ਵੀ ਕੋਈ ਜਿਹੜੀ ਕਵਿਤਾ ਨੁਮਾ ਗੀਤ ਹੈ ਉਹ ਬਾਲੀਵੁੱਡ ਤੱਕ ਅਪਰੋਚ ਕਰ ਰਿਹਾ, ਉਹਦੇ ਬਾਰੇ ਜਾਣਕਾਰੀ ਦਿਓ। ਹਾਂਜੀ, ਇੱਕ ਗੀਤ ਸੀਗਾ, ਚਲੋ ਮਤਲਬ ਗਿਆ ਨਹੀਂ ਗਾ, ਬਟ ਮਤਲਬ ਉੱਥੋਂ ਮੁੜਿਆ ਆਇਆ ਹੋ ਕੇ। ਸੋ ਇਨ ਫਿਊਚਰ ਮਤਲਬ ਹੈਗੀ ਆ ਵੀ ਪੰਜਾਬੀ ਸਿਨੇਮੇ ਨਾਲ ਐਜ਼ ਏ ਲਿਰਿਸਟ ਮੇਰੀ ਸਾਂਝ ਪੈ ਪੈ ਸਕਦੀ ਇਸੇ ਸਾਲ। ਸੋ ਕਾਫੀ ਮਤਲਬ ਆਫਰਸ ਵੀ ਆਈਆਂ ਹੋਈਆਂ ਅਤੇ ਕਾਫੀ ਤਾਂ ਗੱਲ ਚੱਲਦੀ ਪਈ ਆ। ਤੋ ਪੰਜਾਬੀ ਫਿਲਮਾਂ ਦੇ ਵਿੱਚ ਵੀ ਗੀਤ ਜਲਦੀ ਇਸ ਸਾਲ ਮਤਲਬ ਕਿ ਇਹ ਆ ਵੀ ਹੋ ਜਾਊਗਾ ਇਸ ਸਾਲ। ਤੁਹਾਡੀਆਂ ਰਚਨਾਵਾਂ ਨੂੰ ਹੁਣ ਤੱਕ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਇਆ, ਆਪਣੀ ਆਵਾਜ਼ ਦਿੱਤੀ ਹੈ? ਹਾਂਜੀ, ਮਤਲਬ ਕਿ ਜਿੱਦਾਂ ਕਿ ਉਪਕਾਰ ਸੰਧੂ, ਪ੍ਰੇਮ ਢਿੱਲੋਂ, ਜੋ ਅੱਜ ਯੂਥ ਆਈਕਨ ਆਪਾਂ ਕਹਿ ਸਕਦੇ ਹਾਂ, ਅਤੇ ਬਾਈ ਨੰਬਰਦਾਰ ਹੋ ਗਿਆ, ਮੇਰਾ ਇੱਕ ਦੋਸਤ ਆ ਬਲਦੀਪ ਬਰਾੜ, ਸਾਡਾ ਦੋਨਾਂ ਦਾ ਟੀਮ ਵਰਕ ਹੀ ਆ। ਅਤੇ ਬਸ ਮਤਲਬ ਹੋਰ ਵੀ ਜਿਹੜੇ ਹੁਣ ਅੱਗੇ ਮਤਲਬ ਗੀਤ ਆਉਣਗੇ, ਚੰਗੇ ਨਾਮਵਰ ਕਲਾਕਾਰਾਂ ਦੇ ਨਾਲ ਹੀ ਆਉਣਗੇ। ਮੈਂ ਸ਼ੁਰੂਆਤ ਇੱਕ ਹਿਸਾਬ ਨਾਲ ਕੀ ਕੀਤੀ ਹੈ ਵੀ ਹੁਣ 2 ਸਾਲ ਦੀ ਜ਼ਿਆਦਾ ਹੋਈ ਆ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸਾਹਿਤ ਸਮਾਜ ਦਾ ਸ਼ੀਸ਼ਾ, ਤੇ ਅੱਜ ਕੱਲ੍ਹ ਸਮਾਜ ਦੇ ਵਿੱਚ ਕਿਸਾਨੀ ਸੰਘਰਸ਼ ਜ਼ੋਰਾਂ 'ਤੇ ਹੈ, ਤੇ ਆਮ ਜਿਹੜੇ ਕਲਾਕਾਰ ਨੇ ਜਿਹਨੂੰ ਤੁਸੀਂ ਗੱਲ ਕਮਰਸ਼ੀਅਲ ਕੀਤੀ ਹੈ, ਉਹਨਾਂ ਨੇ ਬੜੇ ਗੀਤ ਲਿਖੇ ਇਸ ਸੰਦਰਭ ਦੇ ਵਿੱਚ, ਉਹਨਾਂ ਨੂੰ ਗਾਇਆ ਵੀ ਗਿਆ, ਉਹ ਹਿੱਟ ਵੀ ਹੋਏ। ਤਾਂ ਜਗਜੀਤ ਨੇ ਇਹੋ ਜਿਹਾ ਕੁਛ ਕੀਤਾ ਜਿਹੜਾ ਕਿਸਾਨੀ ਸੰਘਰਸ਼ ਦੀ ਤਰਜਮਾਨੀ ਕਰਦਾ ਹੋਵੇ, ਜਾਂ ਕਰ ਰਹੇ ਹੋ, ਜਾਂ ਤੁਹਾਡੇ ਮਨ ਦੇ ਵਿੱਚ ਕੋਈ ਖਿਆਲਾਤ ਹੋਣ? ਬਿਲਕੁਲ 2 ਗੀਤ ਆਏ ਹੋਏ ਆ। ਇੱਕ ਮੁੰਡੇ ਪੰਜਾਬ ਤੋਂ ਬਲਦੀਪ ਬਰਾੜ ਨੇ, ਇੱਕ ਉਹ ਵੀ ਯਾਰ ਜਿਹੜਾ ਵੀ ਅਸੀਂ ਕੌਣ ਹੁੰਦੇ ਆ ਉਪਕਾਰ ਸੰਧੂ ਹੋਰਾਂ ਦੇ ਨਾਲ ਗੀਤ ਨੂੰ ਚੰਗਾ ਹੁੰਗਾਰਾ ਮਿਲਿਆ। ਬਾਈ ਉਪਕਾਰ ਸੰਧੂ ਵਾਲੇ ਗੀਤ ਨੂੰ ਚੰਗਾ ਹੁੰਗਾਰਾ ਮਿਲਿਆ। ਸੋ 2 ਗੀਤ ਸੀ। ਮੈਨੂੰ ਇੱਦਾਂ ਲੱਗਾ ਵੀ ਮੈਂ ਆਪਦਾ ਫਰਜ਼ ਸਮਝਿਆ ਸੀ, ਪਰ ਜਦੋਂ ਮਤਲਬ ਕਿ ਕੁਛ ਚੀਜ਼ ਹੁੰਦੀ ਹੈ ਵੀ ਜਦੋਂ ਇੱਕ ਇਸ ਚੀਜ਼ ਨੂੰ ਕਈ ਲੋਕਾਂ ਨੇ ਇਹ ਚੀਜ਼ ਲੈ ਕੇ ਵੀ ਚੱਲਿਆ ਵੀ ਹੁਣ ਸਾਡਾ ਮੌਕਾ ਦਾ ਲੱਗ ਜੇ ਵੀ ਅਸੀਂ ਵੀ ਗੀਤ ਕਰ ਦਈਏ। ਮਤਲਬ ਕਿ ਉਹ ਉੱਥੇ ਕਿਸਾਨ ਜਿਹੜੀ ਭਾਵਨਾ ਉੱਥੇ ਘੱਟ ਗਈ ਸੀ, ਉੱਥੇ ਆਪਦੇ ਗੀਤ ਦੀ ਭਾਵਨਾ ਵੱਧ ਗਈ ਸੀ ਵੀ ਮੈਂ ਗੀਤ ਕਰਦਿਆਂ ਵੀ ਮੇਰਾ ਕੁਛ ਬਣ ਜਾਊਗਾ। ਜਦੋਂ ਪੰਜਾਬੀ 'ਚ ਕਹਿੰਦੇ ਇੱਕ ਜੁਗਾੜ ਲਾਉਣ ਵਾਲਾ ਕੰਮ ਹੋ ਗਿਆ। ਸੋ ਮੈਨੂੰ ਲੱਗਾ ਵੀ ਮੈਨੂੰ ਉਦੋਂ ਬਾਅਦ ਵੀ ਕਾਫੀ ਜਾਣਿਆਂ ਨੇ ਕਿਹਾ ਵੀ ਸਾਨੂੰ ਗੀਤ ਵੀ ਕਰਨਾ, ਮੈਂ ਆਪ ਹੀ ਨਹੀਂ ਕੀਤਾ। ਵੀ ਮੈਨੂੰ ਐਂ ਲੱਗਾ ਵੀ ਇਹ ਚਾਲ ਜਿਹੀ ਚੱਲ ਪਈ ਇੱਕ ਗੀਤ ਦਾ, ਇੱਕ ਮਤਲਬ ਕਿ ਹੱਦ ਹੁੰਦੀ ਹੈ ਕਿਸੇ ਵੀ ਕੰਮ ਦੀ, ਪਰ ਜਦੋਂ ਤੁਸੀਂ ਉਹਨਾਂ ਦੇ ਮਤਲਬ ਲਈ ਕਰਨ ਲੱਗ ਜਾਓ ਉਹਦੀ ਉਮਰ ਘੱਟ ਜਾਂਦੀ ਆ। ਮੇਰਾ ਖਿਆਲ ਇਹ ਆ। ਬੜੇ ਸੱਚੇ ਤੇ ਸੁੱਚੇ ਵਿਚਾਰ ਨੇ ਤੁਹਾਡੇ। ਤੇ ਜਿਹੜਾ ਕਿਸਾਨੀ ਸੰਘਰਸ਼ ਹੈ, ਐਜ਼ ਅ ਰਾਈਟਰ, ਐਜ਼ ਅ ਗੀਤਕਾਰ, ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਮੈਂ ਉੱਥੇ ਖੁਦ ਵਿਚਰਿਆ। ਮੈਂ ਮਤਲਬ ਕਿ
ਸਤੰਬਰ ਮਹੀਨੇ ਤੋਂ ਲੈ ਕੇ ਪਹਿਲਾਂ ਜਿਹੜੇ ਮੋਗੇ ਸਾਡੇ ਅਡਾਨੀ ਧਰਨੇ ਲੱਗਦੇ ਆ, ਮੈਂ ਪਹਿਲਾਂ ਉੱਥੇ ਦਿਨ ਪੂਰਾ ਸ਼ਮੂਲੀਅਤ ਕਰਦੇ ਰਹੇ ਆ। ਸੋ ਜਿੱਦਾਂ ਮੇਰਾ ਨਜ਼ਰੀਆ ਇਹ ਆ ਵੀ ਇਹ ਇੱਕ ਮਤਲਬ ਕਿ ਬਹੁਤ ਵੱਡੀ ਪਿਰਤ ਪਈ ਗਈ ਹੈ ਇਸ ਸੰਘਰਸ਼ ਦੇ ਨਾਲ। ਮਤਲਬ ਕਿ ਜਿਹਦੇ ਕਹਿ ਦਈਏ ਵੀ ਆਪਾਂ ਮਰੀਆਂ ਜ਼ਮੀਰਾਂ ਨੂੰ ਵੀ ਜਾਗ ਲੱਗ ਗਈ, ਉਹ ਵੀ ਉੱਠ ਖੜੀਆਂ ਹਨ। ਸੋ ਇਹੋ ਜਿਹੇ ਜਿਹੜੇ ਮੇਲੇ ਆ, ਇਹੋ ਜਿਹੇ ਜਿਹੜੇ ਦੌਰ ਆ, ਜਿਹੜਾ ਇਹੋ ਜਿਹੇ ਸੰਘਰਸ਼ ਹਰ ਰੋਜ਼ ਨਹੀਂ ਵਿੱਢੇ ਜਾਂਦੇ। ਇਹ ਧਰਤੀ ਨੂੰ ਸਬੱਬੀ ਮਿਲ ਦਿੰਦੇ ਇਹੋ ਜਿਹੇ ਸੰਘਰਸ਼, ਇਹਨਾਂ ਦੀਆਂ ਮਤਲਬ ਬਾਤਾਂ ਪਾਈਆਂ ਜਾਣਗੀਆਂ। ਦੱਸਿਆ ਜਾਊਗਾ ਮੈਂ ਉੱਥੇ ਤੰਬੂ 'ਚ ਆਏ ਬੈਠਾ ਸੀ, ਉੱਥੇ ਇੰਨੀ ਹਨੇਰੀ ਆਈ, ਇੰਨਾ ਮੀਂਹ ਪਿਆ, ਮੈਂ ਉੱਥੇ ਆਏ ਜ਼ਿੰਦਗੀ ਕੁਛ ਦਿਨ ਆਏ ਬਿਤਾਏ। ਸੋ ਇਹ ਤੁਸੀਂ ਇਹ ਆਪ ਹੀ ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਜਿਹੜੇ ਆਉਣ ਵਾਲੇ ਸਮਿਆਂ ਦੇ ਵਿੱਚ ਐਗਜ਼ਾਮਪਲਾਂ ਬਣਨਗੀਆਂ ਹੈ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਐਗਜ਼ਾਮਪਲਾਂ ਨਹੀਂ ਇਕੱਲੀਆਂ ਇਹਦੀਆਂ ਫਿਲਮਾਂ ਬਣਨਗੀਆਂ। ਸੋ ਇਹ ਬਹੁਤ ਵੱਡਾ ਇੱਕ ਜਿਹੜਾ ਮਤਲਬ ਕਿ ਇਹ ਇੱਥੋਂ ਇਹ ਪਤਾ ਲੱਗਦਾ ਵੀ ਪੰਜਾਬ ਅਜੇ ਸੁੱਤਾ ਨਹੀਂ, ਪੰਜਾਬ ਦੇ ਵਿੱਚ ਹਜੇ ਬਹੁਤ ਕੁਛ ਆ, ਬੜੇ ਕਾਣਾ, ਸਾਡੇ ਤਿਲਾਂ 'ਚ ਤੇਲ ਹਜੇ ਬਹੁਤ ਆ। ਸੋ ਇਹ ਵੱਡੀਆਂ ਗੱਲਾਂ। ਜਗਜੀਤ ਬਾਈ, ਬਤੌਰ ਨੌਜਵਾਨ ਲੇਖਕ, ਇਹ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ, ਇੱਕ ਪਾਸੇ ਪੂਰਾ ਯੂਥ ਹੈ, ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ, ਇੱਕ ਇਸ ਸਮੇਂ ਦੌਰਾਨ 26 ਜਨਵਰੀ ਨੂੰ ਜਿਹੜਾ ਘਟਨਾਕ੍ਰਮ ਹੋਇਆ, ਉਸ ਸਮੁੱਚੇ ਘਟਨਾਕ੍ਰਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਚਲੋ ਮੈਂ ਲੇਖਕ ਤਾਂ ਚਲੋ ਬਾਅਦ ਵਿੱਚ ਆ ਨਾ, ਵੀ ਇੱਕ ਕਿਸਾਨ ਪਰਿਵਾਰ 'ਚੋਂ ਮੈਂ ਨਿਕਲ ਕੇ ਆਇਆ ਹੋਇਆ ਨਾ, ਉਸ 'ਚ ਮੇਰੀ ਰੋਜ਼ਮਰ੍ਹਾ ਜ਼ਿੰਦਗੀ ਚੱਲਦੀ ਆ। ਮੇਰਾ ਇਹੀ ਆ ਵੀ ਜਦੋਂ ਨਿੱਕੇ ਹੁੰਦੇ ਦੇਖਦੇ ਸੀ ਵੀ ਕਿਸੇ ਜ਼ਿਮੀਂਦਾਰ ਦੀ ਗਿੱਲੀ ਜੀਰੀ ਪਈ ਆ ਨਾ, ਤਾੜ 'ਤੇ ਲੱਤ ਮਾਰਦਾ ਸੀ ਵੀ ਚੱਕ ਲੈ ਇਹਨੂੰ, ਮੈਂ ਨਹੀਂ ਚੱਕਣੀ। ਉਦੋਂ ਮੈਂ ਕੋਈ ਜਥੇਬੰਦੀ, ਕੋਈ ਆਗੂ, ਮੈਂ ਉੱਥੇ ਆ ਕੇ ਦੇਖਿਆ ਨਹੀਂ ਵੀ ਤੂੰ ਫਿਕਰ ਨਾ ਕਰ, ਵੀ ਮੈਂ ਤੇਰੇ ਨਾਲ, ਅਸੀਂ ਤੇਰੇ ਨਾਲ ਆ। ਚਾਹੇ ਉਹ 4 ਕਿੱਲੇ ਵਾਲਾ ਹੋਵੇ, ਕਿਉਂਕਿ ਜ਼ਿਆਦਾ ਖਈਆਂ 4-5 ਕਿੱਲੇ ਵਾਲਾ ਜਿਹੜਾ ਹੁੰਦਾ, ਨਾ ਉੱਧਰ ਜੋਗਾ ਨਾ ਉੱਧਰ ਜੋਗਾ ਹੁੰਦਾ, ਠੀਕ ਹੈ। ਹਾਲਾਂਕਿ ਸਾਰੇ ਜ਼ਿਮੀਂਦਾਰ ਦੀ ਹਾਲਾਤ ਅੱਜ ਕੱਲ੍ਹ ਸੇਮ ਆ, ਪਰ ਉਸ ਨੂੰ ਜ਼ਿਆਦਾ ਸੰਤਾਪ ਹਟਾਉਣਾ ਪੈਂਦਾ। ਜਾਂ ਜਦੋਂ ਕੋਈ ਜ਼ਿਮੀਂਦਾਰ ਗਲ 'ਚ ਫਾ ਲੈਂਦਾ ਖੇਤ ਸਾਫਾ ਪਾ ਕੇ ਜ਼ਿੰਦਗੀ ਨੂੰ ਆਪਦੇ ਨੂੰ ਵੀ ਮੈਂ ਨਹੀਂ ਜਿਉਣਾ ਗਾ, ਉਦੋਂ ਕੋਈ ਆਗੂ ਅਤੇ ਕੋਈ ਜਥੇਬੰਦੀ ਉਹਨੂੰ ਹਾਕ ਨਹੀਂ ਮਾਰਦੀ ਗੀ ਬਈ ਇਹ ਤੁਸੀਂ ਇਹ ਕੰਮ ਨਾ ਕਰੋ, ਅਸੀਂ ਤੁਹਾਡੇ ਨਾਲ ਆ। ਸੋ ਇਹ ਮੇਰਾ ਇਕੱਲਾ ਸਵਾਲ ਨਹੀਂ, ਇਹ ਬਹੁਤ ਨੌਜਵਾਨਾਂ ਦਾ ਸਵਾਲ ਹੋਊਗਾ ਵੀ ਅੱਜ ਤੁਸੀਂ ਸਾਡੀ ਪਿਆਰੀ ਵੀ ਕਰੋ, ਸਾਨੂੰ ਲੀਡ ਕਰੋ, ਅਸੀਂ ਤੁਹਾਡੇ ਨਾਲ ਆ। ਅਸੀਂ ਮੁਨਕਰ ਨਹੀਂ ਹੁੰਦੇ ਇਸ ਚੀਜ਼ ਤੋਂ ਵੀ ਤੁਸੀਂ ਸਾਡਾ ਲੀਡ ਨਹੀਂ ਕਰਦੇ ਪਏ, ਪਰ ਤੁਸੀਂ ਇਹ ਨਹੀਂ ਵੀ ਇੱਕ ਬਸ ਤੁਸੀਂ ਭੰਡੇ ਚੱਲੋ, ਆਪਦੇ ਸਲੋਗਨ ਨੂੰ, ਆਪਦੇ ਨਿਸ਼ਾਨਾਂ ਨੂੰ, ਆਪਦੇ ਝੰਡਿਆਂ ਨੂੰ ਤੁਸੀਂ ਮੁੱਖ ਰੱਖੋ, ਆਪਦੇ ਇੱਕ ਨੇਮ ਪਲੇਟ ਨੂੰ ਤੁਸੀਂ ਉਹਦੀ ਜਿਹੜੀ ਉਹਦੀ ਬ੍ਰੈਂਡਿੰਗ ਕਰੋ ਉਹਦੀ, ਉਹ ਚੀਜ਼ ਗਲਤ ਆ। ਤੁਸੀਂ ਜੇ ਵਾਕਈ ਸਾਨੂੰ ਲੀਡ ਕਰਨਾ ਆ ਨਾ, ਸਾਨੂੰ ਜੇ ਲੈ ਕੇ ਜਾਣਾ, ਤੁਸੀਂ ਇਕੁਅਲ ਰੱਖੋ। ਚਾਹੇ ਕੋਈ ਕੋਈ ਧਰਮ ਆ, ਦੇਖੋ ਖੇਤੀ ਸਾਨੂੰ ਪਹਿਲੇ ਭਾਸ਼ਾ ਤੋਂ ਮਿਲੀ ਆ, ਇਹ ਚੀਜ਼ ਤੋਂ ਉਹਦੇ ਕਦੇ ਮੁਨਕਰ ਨਹੀਂ ਹੋ ਸਕਦਾ। ਸਾਡਾ ਇਤਿਹਾਸ ਚੀਕ ਚੀਕ ਕੇ ਕਹਿੰਦਾ ਖੇਤੀ ਸਾਡਾ ਪਹਿਲੇ ਦਿਨ ਤੋਂ ਇੱਕ ਮੁੱਢਲਾ ਜਿਹੜਾ ਜੀਵਨ ਜਿਉਣ ਦਾ ਇੱਕ ਸਿਧਾਂਤ ਰਿਹਾ, ਉਹ ਖੇਤੀ ਸੀ। ਸੋ ਤੁਸੀਂ ਜੇ ਤੁਹਾਨੂੰ ਅੱਗੇ ਲਾਇਆ, ਇੱਕ ਪੰਜਾਬ ਨੇ ਤੁਹਾਨੂੰ ਅੱਗੇ ਲਾਇਆ, ਉਸ ਚੀਜ਼ ਨੂੰ ਵਫਾਦਾਰੀ ਨਾਲ ਨਿਭਾਓ, ਉਹਦੇ ਵਿੱਚ ਤੁਸੀਂ ਪੱਖਪਾਤ ਨਾ ਕਰੋ, ਆਪਦੇ ਆਪ ਨੂੰ ਮੂਹਰੇ ਰੱਖੋ। ਮੇਰਾ ਮੰਨਣਾ ਇੰਨਾ ਕੁ। ਜਗਜੀਤ, ਫਿਰ ਸਾਹਿਤ ਵੱਲ ਮੁੜਦੇ ਆ ਕਿ ਆਮ ਤੌਰ 'ਤੇ ਦੇਖਣ 'ਚ ਆਉਂਦਾ ਵੀ ਜਦੋਂ ਬੰਦਾ ਲੇਖਕ ਬਣ ਜਾਂਦਾ ਤਾਂ ਉਹ ਪੜ੍ਹਨਾ ਛੱਡ ਦਿੰਦਾ, ਅਤੇ ਕਿਉਂਕਿ ਪੜ੍ਹਨ ਨਾਲ ਜਿਹੜਾ ਸਾਡਾ ਬੌਧਿਕਤਾ ਉਹ ਵੱਧਦੀ ਹੈ, ਗਿਆਨ ਨਿਖਰਦਾ। ਅਤੇ ਤੁਹਾਡਾ ਪੜ੍ਹਨ ਵੱਲ ਕਿੰਨਾ ਕੁ ਰੁਝਾਨ ਹੈ, ਅਤੇ ਕਿਹੜੇ ਲੇਖਕਾਂ ਨੂੰ ਤੁਸੀਂ ਪੜ੍ਹਦੇ ਹੋ, ਜਾਂ ਪਸੰਦੀਦਾ ਲੇਖ ਕਿਹੜੇ ਨੇ? ਅੱਜ ਕੱਲ੍ਹ ਤਾਂ ਮਤਲਬ ਪੜ੍ਹਨ ਦੇ ਨਾਲ ਦੇਖਣ ਦਾ ਵੀ ਕਮਾਲ ਦਾ ਇੰਟਰਨੈਟ ਨੇ ਯੁੱਗ ਬਣਾਇਆ ਹੋਇਆ। ਤੁਸੀਂ ਯੂਟਿਊਬ 'ਤੇ, ਤੁਸੀਂ ਨੈੱਟਫਲਿਕਸ 'ਤੇ ਬਹੁਤ ਕਮਾਲ ਦੀਆਂ ਚੀਜ਼ਾਂ ਦੇਖ ਸਕਦੇ ਹੋ, ਮਤਲਬ ਆਲਾ ਦਰਜੇ ਦੀਆਂ ਚੀਜ਼ਾਂ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਮੇਰੇ ਪਸੰਦੀਦਾ ਲੇਖਕ ਜਿਨ੍ਹਾਂ ਦਾ ਮੇਰੇ ਜੀਵਨ ਦੇ ਉੱਤੇ ਬਹੁਤ ਪ੍ਰਭਾਵ ਆ, ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਦੀ ਮਤਲਬ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਮਤਲਬ ਚਿਟਕ ਲੱਗੀ ਵੀ ਮੈਂ ਵੀ ਕੁਛ ਪ੍ਰਣਾਉਣ, ਮੈਂ ਵੀ ਕੁਛ ਇੱਦਾਂ ਸਿੱਖਣਾ ਵਾ। ਅਜਮੇਰ ਸਿੰਘ ਦਾ ਮੇਰੇ ਜੀਵਨ 'ਤੇ ਬਹੁਤ ਵੱਡਾ ਅਸਰ ਆ, ਉਹਨਾਂ ਦੀਆਂ ਸਪੀਚਾਂ ਦਾ, ਉਹਨਾਂ ਦੀਆਂ ਕਿਤਾਬਾਂ ਦਾ, ਕਿਸ ਬਦਰੋਲੀ ਪਾਤਸ਼ਾਹੀ, ਕਰਤਾਰ ਸਿੰਘ ਸਰਾਭਾ ਅਤੇ ਕਦਰੀ ਬਾਬੇ ਕੌਣ ਸਨ, ਠੀਕ ਆ। ਸੋ ਇਹ ਕਿਤਾਬਾਂ ਮੇਰੇ ਹਮੇਸ਼ਾ ਪਸੰਦ ਦੀਆਂ ਕਿਤਾਬਾਂ 'ਚੋਂ ਆ। ਬਾਕੀ ਮੈਨੂੰ ਜਸਵੰਤ ਸਿੰਘ ਕਮਲ ਹੋਰਾਂ ਦਾ ਨਾਵਲ ਬਹੁਤ ਪਸੰਦ ਆ। ਬਾਕੀ ਜੋ ਸਿੱਖ ਇਤਿਹਾਸ ਹੋ ਗਿਆ, ਸੋਹਣ ਸਿੰਘ ਸ਼ੀਤਲ ਜੀ ਹੋ ਗਏ, ਠੀਕ ਹੈ। ਸੋ ਇਹ ਮੈਨੂੰ ਇਹ ਸਾਰੇ ਪੜ੍ਹਨੇ ਪਸੰਦ ਆ। ਗਾਲਿਬ ਨੂੰ ਪੜ੍ਹਦਾ, ਸੋ ਖਲੀਲ ਜਬਰਾਨ ਹੋ ਗਿਆ, ਸਾਰੇ ਲੇਖਕ ਮੈਂ ਤਕਰੀਬਨ ਪੜ੍ਹਦਾ ਰਹਿੰਦਾ। ਅਤੇ ਜਗਜੀਤ ਬਾਈ, ਇੱਕ ਆਖਰੀ ਸਵਾਲ, ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ, ਸਾਡੇ ਦਰਸ਼ਕਾਂ ਨੂੰ ਉਹਨਾਂ ਬਾਰੇ ਵੀ ਜਾਣਕਾਰੀ ਦਿਓ। ਤੁਸੀਂ ਕੀ ਕਰ ਰਹੇ ਹੋ, ਨਵੀਂ ਕਿਤਾਬ ਆ ਰਹੀ ਹੈ, ਤੁਸੀਂ ਫਿਲਮ ਦੀ ਸਟੋਰੀ ਲਿਖ ਰਹੇ ਹੋ ਜਾਂ ਗਾਣੇ ਲਿਖ ਰਹੇ ਹੋ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਹਾਂਜੀ, ਕਿਤਾਬ ਦਾ ਵੀ ਕੰਮ ਚੱਲ ਰਿਹਾ। ਕਿਤਾਬ ਥੋੜ੍ਹੀ ਮਤਲਬ ਕਿ ਸਮਾਂ ਲਊਗੀ ਅਜੇ। ਪੰਜਾਬ ਆ ਕਿਤਾਬ ਦਾ ਨਾਮ, ਪੰਜਾਬ ਅਣਖੀ ਲੋਕਾਂ ਦੀ ਧਰਤੀ। ਸੋ ਗੀਤਾਂ ਦਾ ਸਫ਼ਰ ਤਾਂ ਜਾਰੀ ਰਹੂਗਾ ਆਉਣ ਵਾਲੇ ਸਮੇਂ 'ਚ, ਇਹ ਮੈਨੂੰ ਪੂਰਨ ਉਮੀਦ ਆ। ਅਤੇ ਗੀਤ ਮੈਨੂੰ ਉਮੀਦ ਆ ਵੀ ਫਿਲਮਾਂ ਦੇ ਵਿੱਚ ਵੀ ਜਲਦੀ ਆਉਣਗੇ। ਬਾਕੀ ਹੋਰ ਇੱਕ ਦੋ ਨਿੱਕੇ ਪ੍ਰੋਜੈਕਟ ਹੈਗੇ ਜੋ ਸਮੇਂ ਦੇ ਆਪਣੇ ਆਪ ਰਿਵੀਲ ਕਰਾਂਗੇ। ਸੋ ਗੀਤਾਂ ਦਾ ਸਫ਼ਰ ਜ਼ਿਆਦਾ ਚੱਲੂਗਾ। ਕਿਤਾਬ ਮਤਲਬ ਇਹ
ਲੇਟ ਥੋੜਾ ਜਿਹਾ ਹੋਊਗਾ ਕੰਮ ਜੀ। ਜੀਤ ਬਾਈ ਜਾਂਦੇ ਜਾਂਦੇ ਆਪਣੀ ਕਿਤਾਬ ਦੀਆਂ ਆਪਣੇ ਦਿਲ ਦੇ ਨੇੜੇ ਦੋ ਚਾਰ ਲੈਣਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੋ। ਹਾਂਜੀ ਮੈਂ ਬੇਬੇ ਵਾਲੀ ਕਵਿਤਾ ਸੁਣਾਉਣਾ ਵੀ ਬੇਬੇ ਤੂੰ ਐਵੇਂ ਡਰਿਆ ਨਾ ਕਰ, ਤੇਰੇ ਘਰੇ ਵੀ ਪਕਵਾਨ ਲੈਣਗੇ, ਤੇਰਾ ਪੁੱਤ ਪੈਸੇ ਟਕੇ ਤੇ ਨਾ ਵੇਖੂ, ਉਹਦਾ ਸਤਿਗੁਰ ਪਤਾ ਲੈਣਗੇ। ਜਿਹੜੇ ਕੱਚੀਆਂ ਪਈਆਂ ਤੇ ਭੱਜਦੇ ਉਹ ਸਮਿਆਂ ਤੋਂ ਨੱਸ ਨਹੀਂ ਸਕਦੇ, ਇਹ ਬਿੰਦ ਝੱਟ ਦੇ ਬੱਦਲ ਬੇਬੇ ਚੜ੍ਹਦਿਆਂ ਨੂੰ ਕਦੇ ਢੱਕ ਨਹੀਂ ਸਕਦੇ, ਇਹ ਬਿੰਦ ਝੱਟ ਦੇ ਬੱਦਲ ਬੇਬੇ ਚੜ੍ਹਦਿਆਂ ਨੂੰ ਕਦੇ ਢੱਕ ਨਹੀਂ ਸਕਦੇ। ਬਾਈ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਕੀਮਤੀ ਸਮਾਂ ਕੱਢਿਆ, ਆਪਣੇ ਬੇਸ਼ਕੀਮਤੀ ਵਿਚਾਰ ਦੱਸੇ। ਸੋ ਦੋਸਤੋ ਅਸੀਂ ਆਪਣੀ ਇਸ ਮੁਲਾਕਾਤ ਦਾ ਅੰਤ ਬਾਈ ਜਗਜੀਤ ਦੀਆਂ ਸਤਰਾਂ ਨਾਲ ਕਰਨ ਜਾ ਰਹੇ ਹਾਂ। ਬੇਬੇ ਤੇਰੇ ਨੇਤਰਾਂ ਨੂੰ ਭਰ ਨਹੀਂ ਦਿੰਦੇ, ਪੱਗ ਬਾਪੂ ਦੀ ਪੈਰੀ ਧਰ ਨਹੀਂ ਦਿੰਦੇ, ਇਸ਼ਕ ਖਿਲਾਰਾਂਗੇ ਧਰਤ ਤੇ ਥੋੜਾ ਥੋੜਾ, ਪੈਸੇ ਧੇਲੇ ਦੀ ਤੰਗੀ ਸਿਰ ਚੜ੍ਹ ਨਹੀਂ ਦਿੰਦੇ। ਦੋਸਤੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਲਾਈਕ ਕਰੋ। ਮਿਲਦੇ ਹਾਂ ਤਦ ਤੱਕ ਲਈ। ਲੈ ਵੀ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਜਿਸ ਦਿਨ ਈਦ ਮੁਬਾਰਕ ਹੋਸੀ ਉਸ ਦਿਨ ਫੇਰ ਮਿਲਾਂਗੇ।